ਸਾਡੀ ਤੇ ਰੋਈ ਹਾਈ ਤੇ ਪਤਾ ਨਹੀਂ ਉਹਨਾਂ ਨੂੰ ਰੂਹੀ ਅੱਜ ਇੱਥੇ ਬਣਾ ਦਿੱਤਾ ਗਿਆ ਤੇ ਇੱਕ ਫਿਕਰ ਇਹ ਵੀ ਹੈ ਵੀ ਹੁਣ ਰੂਹੀ ਹੈ ਜਾਂ ਰੋਹੀ ਹੈ, ਸੋ ਇਹ ਰੋਹੀ ਰਵੇ, ਇਹ ਰੂਹੀ ਨਹੀਂ ਹੈ। ਦੂਸਰੇ ਨੰਬਰ ਤੇ ਹੈ ਕਿ ਜਿਹੜੀ ਇਹ ਰੂਹੀ ਜਾਂ ਰੋਹੀ ਹੈ, ਇਹ ਬੁਨਿਆਦੀ ਤੌਰ ਤੇ ਉਹੀ ਏਰੀਆ ਹੈ ਦਰਿਆ ਹਾਕੜਾ ਜਿੱਥੇ ਪੈਂਦਾ ਸੀ। ਜਿਵੇਂ ਡਾਕਟਰ ਨਬੀਲਾ ਹੋਰਾਂ ਨੇ ਗੱਲ ਕੀਤੀ ਸੀ ਕਿ ਇੱਥੇ ਜਿਹੜੇ ਰੇਗਿਸਤਾਨ ਹਨ ਕਿਤੇ ਇੱਥੇ ਵੀ ਦਰਿਆ ਵਸਦੇ ਰਹੇ, ਇੱਥੇ ਵੀ ਦਰਿਆ ਵਗਦੇ ਰਹੇ। ਸੋ ਜਿਹੜਾ ਉਹਦੇ ਵਿੱਚ ਇਸਤਾਰੇ ਦੇ ਤੌਰ ਤੇ ਵਰਤਿਆ ਹੈ ਖਾਜਾ ਫਰੀਦ ਨੇ ਰੋਹੀ ਨੂੰ, ਉਹਦੇ ਤੇ ਬੁਨਿਆਦੀ ਤੌਰ ਤੇ ਮਿੱਟੀ ਨਾਲ ਜੁੜਤ ਹੈ, ਆਪਣੀ ਧਰਤੀ ਨਾਲ ਮੁਹੱਬਤ ਹੈ। ਔਰ ਕੋਈ ਵੀ ਸੂਫੀ ਸ਼ਾਇਰ ਜਿਹੜਾ ਵੀ ਹੋਵੇਗਾ ਜਿਹਨੂੰ ਵੀ ਅਸੀਂ ਦੇਖੀਏ ਤੇ ਸਾਡੇ ਇੱਕ ਮਸਲਾ ਹੈ, ਸ਼ਾਇਦ ਇਹ ਰਿਆਸਤੀ ਨੈਰੇਟਿਵ ਹੈ ਇਸ ਤਰ੍ਹਾਂ ਦਾ ਸੈੱਟ ਕੀਤਾ ਹੋਇਆ ਕਿ ਅਸੀਂ ਹਮੇਸ਼ਾ ਸੂਫੀ ਨੂੰ ਫਿਜ਼ਾ ਦੇ ਵਿੱਚ ਕੋਈ ਮੁਹੱਲਕ ਕੀਤੀ ਹੋਈ ਚੀਜ਼ ਦੇ ਤੌਰ ਤੇ ਅਸੀਂ ਲੈਂਦੇ ਹਾਂ। ਅਸੀਂ ਉਹਨੂੰ ਆਮ ਲੋਕਾਂ ਦੇ ਨਾਲ ਬੈਠਾ ਹੋਇਆ, ਉਹਨਾਂ ਲੋਕਾਂ ਦੇ ਮਸਲੇ ਹੱਲ ਕਰਦਾ ਹੋਇਆ, ਉਹਨਾਂ ਲੋਕਾਂ ਲਈ ਲੜਦਾ ਹੋਇਆ, ਉਹ ਅਸੀਂ ਕਦੇ ਨਹੀਂ ਵਿਖਾਉਂਦੇ। ਹਾਲਾਂਕਿ ਸੂਫੀ ਜਿਹੜਾ ਹੁੰਦਾ ਹੈ ਉਹ ਲੁਕਾਈ ਲਈ ਉਸ ਲੜਦਾ ਹੈ ਪੂਰੀ ਜ਼ਿੰਦਗੀ, ਉਹਨਾਂ ਦੇ ਹੱਕਾਂ ਦੀ ਉਹ ਗੱਲ ਕਰਦਾ ਹੁੰਦਾ ਹੈ, ਉਹ ਕਦੇ ਵੀ ਸ਼ਾਹੀਆਂ ਦੀ ਗੱਲ ਨਹੀਂ ਕਰਦਾ। ਖਾਜਾ ਫਰੀਦ ਦੀ ਅਸੀਂ ਗੱਲ ਕਰੀਏ ਤੇ ਖਾਜਾ ਫਰੀਦ ਦੇ ਤੇ ਪੂਰਾ ਜ਼ਿਆਦਾ ਜਿਹੜੀ ਜ਼ਿੰਦਗੀ ਹੈ ਉਹ ਗੁਜ਼ਰਦੀ ਹੀ ਨਵਾਬ ਸਾਦਿਕ ਦੇ ਮਹਿਲ ਦੇ ਅੰਦਰ ਹੈ। ਲੇਕਿਨ ਉਸ ਦੇ ਬਾਵਜੂਦ ਖਾਜਾ ਫਰੀਦ ਨੂੰ ਅਗਰ ਦੇਖੀਏ ਤੇ ਚੂੜਿਆਂ ਦੇ ਹੱਕਾਂ ਦੀ ਵੀ ਗੱਲ ਜਿਹੜੀ ਇੱਥੇ ਕੀਤੀ ਸੀ ਉਹ ਖਾਜਾ ਫਰੀਦ ਕਰਦਾ ਹੈ। ਲੇਕਿਨ ਅਫਸੋਸ ਇਹ ਹੈ ਕਿ ਖਾਜਾ ਫਰੀਦ ਦਾ ਉਹ ਪੱਖ ਉਹ ਸਾਨੂੰ ਕਿਧਰੇ ਨਜ਼ਰ ਨਹੀਂ ਆਉਂਦਾ। ਸ਼ਾਇਦ ਅੱਜ ਦੀ ਪੂਰੀ ਕਾਨਫਰੰਸ ਦੇ ਵਿੱਚ ਸ਼ਾਇਦ ਸਾਨੂੰ ਕੋਈ ਨਾ ਦੱਸ ਪਾਵੇ ਕਿ ਖਾਜਾ ਫਰੀਦ ਨੇ ਕਿਸੇ ਬੀਬੀ ਨਾਲ ਇਸ਼ਕ ਕੀਤਾ ਸੀ ਔਰ ਰੱਜ ਕੇ ਕੀਤਾ ਸੀ ਔਰ ਵਿਆਹ ਵੀ ਤੁੰਨ ਕੇ ਕੀਤਾ ਸੀ। ਨਵਾਬ ਸਾਹਿਬ ਨੇ ਆਪ ਕਰਵਾਇਆ ਸੀ। ਉੱਥੇ ਜਿਹੜੇ ਜਿਹੜੇ ਖਾਣੇ ਪੱਕੇ ਸੀ ਮੈਨੂੰ ਉਹ ਵੀ ਪਤਾ ਹੈ। ਜਿਨ੍ਹਾਂ ਦੇ ਘਰ ਖਾਜਾ ਸਾਹਿਬ ਢੁੱਕੇ ਸੀ ਉਹਨਾਂ ਦੇ ਕਬੀਲੇ ਦਾ ਵੀ ਪਤਾ ਹੈ। ਠੀਕ ਹੈ, ਲੂਣੇ ਚਾਵਲ ਕਿਸ ਦਿਨ ਖਵਾਏ ਗਏ ਸੀ ਇਹ ਵੀ ਪਤਾ ਹੈ। ਲੇਕਿਨ ਅਫਸੋਸ ਹੈ ਕਿ ਦੱਸਦੇ ਨਹੀਂ। ਅਸੀਂ ਸੂਫੀ ਨੂੰ ਕੋਈ ਹੋਰ ਦਾ ਹੋਰ ਹੀ ਬਣਾ ਦਿੰਦੇ ਹਾਂ। ਸੋ ਖਾਜਾ ਸਾਹਿਬ ਹੋਣ, ਬੁੱਲੇ ਸ਼ਾਹ ਹੋਣ, ਇਹ ਇੱਕ ਹੀ ਧਰਤੀ ਦੇ ਇੱਕ ਹੀ ਏਰੀਏ ਦੇ ਲੋਕ ਹਨ। ਉਚ ਸ਼ਰੀਫ, ਕੋਟ ਮਿੱਠਣ, ਅੱਗੇ ਅਸੀਂ ਆਨੇ ਹਾਂ ਖਾਜਾ ਨੂਰ ਮੁਹੰਮਦ ਮਾਰਵੀ ਸਾਹਿਬ ਹਨ। ਖਾਜਾ ਨੂਰ ਮੁਹੰਮਦ ਮਾਰਵੀ ਸਾਹਿਬ ਤੋਂ ਅੱਗੇ ਦੇਖੀਏ ਖਾਜਾ ਗੁਲਾਮ ਸਿੰਘ ਤੁਗੇਰਵੀ ਸਾਹਿਬ ਹਨ। ਤੁਗੇਰਵੀ ਸਾਹਿਬ ਤੋਂ ਅੱਗੇ ਆਈਏ ਤਾਂ ਫਿਰ ਜਿਹੜੀ ਵੱਡਾ ਘਰ ਹੈ ਸਾਰਿਆਂ ਦਾ ਬਾਬਾ ਫਰੀਦ ਦਾ ਹੈ। ਜਿਹੜੀ ਸਾਡੀ ਸ਼ੇਰੀ ਰਵਾਇਤ ਪਿਛਲੇ 900 ਸਾਲ ਦੀ, 1000 ਸਾਲ ਦੀ ਚਲਦੀ ਪਈ ਹੈ, ਉਹ ਬਾਬਾ ਫਰੀਦ ਦੀ ਲਾਈਨ ਤੋਂ ਕਿਤੇ ਹਟ ਕੇ ਨਹੀਂ ਜਾਂਦੀ। ਹੁਣ ਦੇਖਣਾ ਇਹ ਹੈ ਕਿ ਉਸੇ ਹੀ ਬਾਬਾ ਫਰੀਦ ਦੀ ਰਵਾਇਤ ਨੂੰ ਹੀ ਲੈ ਕੇ ਅੱਗੇ ਵਾਰਿਸ ਸ਼ਾਹ ਚੱਲਦੇ ਹਨ, ਉਸੇ ਨੂੰ ਹੀ ਸ਼ਾਹ ਹੁਸੈਨ ਲੈ ਕੇ ਚੱਲਦੇ ਹਨ। ਯੂਸਫ ਪੰਜਾਬੀ ਵੀ ਬੈਠੇ ਨੇ, ਬਾਕੀ ਦੋਸਤ ਬੈਠੇ ਨੇ, ਇਬਾਦ ਨਬੀਲ ਸਾਹਿਬ ਬੈਠੇ ਨੇ। ਕੋਈ ਐਸਾ ਪੰਜਾਬੀ ਦਾ ਸ਼ਾਇਰ, ਸੂਫੀ ਸ਼ਾਇਰ, ਕਲਾਸੀਕਲ ਪੋਇਟ ਐਸਾ ਨਹੀਂ ਹੈ ਜਿਹਨੇ ਬਾਬਾ ਫਰੀਦ ਦੀ ਰਵਾਇਤ ਤੋੜੀ ਹੋਵੇ, ਬਲਕਿ ਉਸ ਰਵਾਇਤ ਨੂੰ ਹੋਰ ਮਜ਼ਬੂਤ ਕੀਤਾ ਹੈ। ਅੱਜ ਅਗਰ ਅਸੀਂ ਖਾਜਾ ਫਰੀਦ ਨੂੰ ਦੇਖਦੇ ਹਾਂ ਤੇ ਜਿਹੜੀ ਖੇਡ ਸਾਡੇ ਨਾਲ ਹੋਈ ਹੈ, ਸਾਨੂੰ ਪਾਕਿਸਤਾਨ ਬਹੁਤ ਪਿਆਰਾ ਹੈ, ਅਸੀਂ ਇੱਥੇ ਰਹਿੰਦੇ ਹਾਂ, ਸਾਡਾ ਮੁਲਕ ਹੈ, ਪਿਆਰਾ ਕਿਉਂ ਨਾ ਹੋਵੇ। ਲੇਕਿਨ ਜਦੋਂ ਅਸੀਂ 47 ਨੂੰ ਦੇਖਦੇ ਹਾਂ ਤੇ 47 ਵੇਲੇ ਜਿਹੜੇ ਪਾੜੇ ਪਾਏ ਗਏ ਹਨ ਉਸ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਹੋਇਆ ਇਹ ਕਿ ਜਿਹੜੇ ਕੋਈ ਹੁਸ਼ਿਆਰਪੁਰ, ਜਿਹੜੇ ਕੋਈ ਜਲੰਧਰ, ਉਹਨਾਂ ਏਰੀਆਜ਼ ਦੇ ਵਿੱਚ ਬੈਠੇ ਸੀ, ਰਾਤੋਂ ਰਾਤ ਉਹਨਾਂ ਨੂੰ ਆਰਡਰ ਦਿੱਤਾ ਗਿਆ ਕਿ ਤੁਸੀਂ ਜਾ ਕੇ ਵਸਣਾ ਹੈ ਉਹਨਾਂ ਏਰੀਆ ਦੇ ਵਿੱਚ, ਤੁਸੀਂ ਰਹੀਮ ਯਾਰਕਾਂ ਜਾ ਕੇ ਵਸਣਾ ਹੈ, ਤੁਸੀਂ ਜਾ ਕੇ ਵਸਣਾ ਹੈ ਮੁਲਤਾਨ ਵਸਣਾ ਹੈ, ਤੁਸੀਂ ਬਹਾਵਲਪੁਰ ਜਾ ਕੇ ਵਸਣਾ ਹੈ। 500 ਕਿਲੋਮੀਟਰ ਦਾ ਗੈਪ ਹੈ। ਇਹ ਗੈਪ ਇੱਕ ਡਾਇਲੈਕਟ ਦਾ ਜਿਹੜਾ ਵੱਡਾ ਚੇਂਜ ਆਂਦਾ ਹੈ, ਉਸ ਤੋਂ ਕੋਈ ਸ਼ਰਾਰਤੀ ਲੋਕਾਂ ਨੇ ਬਹੁਤ ਬਾਅਦ ਦੇ ਵਿੱਚ ਫਾਇਦਾ ਚੁੱਕਿਆ, ਇੱਕ ਨਵੀਂ ਜ਼ਬਾਨ ਦਾ ਅਮਲ ਸ਼ੁਰੂ ਕੀਤਾ। ਉਸ ਜ਼ਬਾਨ ਦਾ ਅਮਲ ਇੱਕ ਖਿੱਤੇ ਵਾਸਤੇ, ਇੱਕ ਨਵੇਂ ਸੂਬੇ ਵਾਸਤੇ, ਇੱਕ ਵੰਡ ਵਾਸਤੇ ਉਹ ਸਾਰਾ ਅਮਲ ਸੀ। ਔਰ ਜ਼ੁਲਮ ਇਹ ਕੀਤਾ ਕਿ ਉਹਦਾ ਜਿਹੜਾ ਖਾਜਾ ਫਰੀਦ ਨੂੰ ਵੀ ਵੰਡ ਲਿਆ। ਹੁਣ ਉਹਦੇ ਤੇ ਜਿਹੜੀ ਸਟੈਂਪ ਲਾ ਦਿੱਤੀ ਗਈ ਉਹ ਕਿਸੇ ਹੋਰ ਸ਼ਹਿਰ ਦੀ ਲਾ ਦਿੱਤੀ ਗਈ। ਔਰ ਉਸ ਤੋਂ ਵੱਧ ਕੇ ਜ਼ੁਲਮ ਇਹ ਕੀਤਾ ਗਿਆ ਕਿ ਜਿਨ੍ਹਾਂ ਨੇ, ਉਹਨਾਂ ਸ਼ਹਿਰਾਂ ਨੇ, ਸੂਫੀ ਸ਼ਹਿਰਾਂ ਨੇ ਆਪਣੇ ਨਾਂ ਦੇ ਨਾਲ ਮੁਲਤਾਨੀ ਔਰ ਬਾਵਲਪੁਰੀ ਲਿਖਿਆ ਸੀ, ਉਹਨਾਂ ਨੂੰ ਗਲਤ ਸਾਬਤ ਕੀਤਾ ਔਰ ਆਪਣੀ ਜਿਹੜੀ ਇੱਕ ਨਾਮ ਨਿਆਦ, ਇੱਕ ਸਿਆਸੀ ਸੋਚ, ਇੱਕ ਸ਼ਰਾਰਤੀ ਸੋਚ ਜਿਹੜੀ ਹੈ, ਉਹਦੇ ਨਾਲ ਇੱਕ ਨਵਾਂ ਲਫ਼ਜ਼ ਦੇ ਕੇ ਤੇ ਇਹ ਕਿਹਾ ਕਿ ਇਹ ਠੀਕ ਹੈ। ਸੋ ਇਹ ਸਾਰਾ ਕੁਝ ਹੁੰਦਾ ਅਗਰ ਖਾਜਾ ਫਰੀਦ ਦੇਖਦਾ ਅੱਜ ਤੇ ਸ਼ਾਇਦ ਬਹੁਤ ਤੜਪਦਾ ਕਿ ਮੇਰੀ ਸ਼ਾਇਰੀ ਤੇ ਪੰਜਾਬ ਦਾ ਆਸ਼ਿਕ ਜਿਹੜਾ ਹੈ, ਜਿਹੜਾ ਲੁਗਾਈ ਦਾ ਆਸ਼ਿਕ ਹੈ, ਉਸ ਆਸ਼ਿਕ ਦੇ ਜਿਹੜੇ ਕਾਫੀਆਂ ਹਨ ਉਹ ਪੂਰੇ ਪੰਜਾਬ ਦੇ ਅੰਦਰ ਲੋਕ ਗੀਤਾਂ ਵਾਂਗ ਗਾਈਆਂ ਜਾਂਦੀਆਂ ਹਨ ਤੇ ਉਹਨੂੰ ਇੱਕ ਟੁਕੜੀ ਦੇ ਵਿੱਚ ਉਹਨੂੰ ਬੰਦ ਕਰਨ ਦੀ ਜਿਹੜੀ ਖਾਹਿਸ਼ ਹੈ ਉਹ ਸ਼ਾਇਦ ਲੋਕਾਂ ਦੀ ਹੁਣ ਪੂਰੀ ਨਹੀਂ ਹੋਵੇਗੀ। ਇਹ ਪੰਜਾਬੀਆਂ ਨੂੰ ਪਹਿਲੇ ਹੋਸ਼ ਆਉਣਾ ਚਾਹੀਦਾ ਸੀ, ਕੋਈ 80 ਦੀ ਦਹਾਈ ਚ ਆਉਣਾ ਚਾਹੀਦਾ ਸੀ, ਇਸ ਤੋਂ ਪਹਿਲੇ 60 ਦੀ ਦਹਾਈ ਚ ਆਉਣਾ ਚਾਹੀਦਾ ਸੀ। ਲੇਕਿਨ ਅਗਰ ਨਹੀਂ ਆਇਆ ਤੇ ਹੁਣ ਇਹ ਜ਼ਰੂਰ ਆਉਣਾ ਚਾਹੀਦਾ ਹੈ ਕਿ ਖਾਜਾ ਫਰੀਦ ਸਾਨੂੰ ਉਂਝ ਹੀ ਪਿਆਰਾ ਹੈ ਜਿਵੇਂ ਬੁੱਲੇ ਸ਼ਾਹ ਪਿਆਰਾ ਹੈ, ਜਿਵੇਂ ਮੀਆਂ ਮੁਹੰਮਦ ਬਖਸ਼ ਪਿਆਰਾ ਹੈ, ਜਿਵੇਂ ਬਾਬਾ ਫਰੀਦ ਪਿਆਰਾ ਹੈ। ਔਰ ਮੈਂ ਦਿਲੀ ਸ਼ੁਕਰੀਆ ਅਦਾ ਕਰਦਾ ਹਾਂ ਭੱਟ ਸਾਹਿਬ ਦਾ, ਗੁੰਮਣ ਸਾਹਿਬ ਦਾ, ਕਿ ਇਹਨਾਂ ਨੇ ਖਾਜਾ ਫਰੀਦ ਦੀ ਕਾਨਫਰੰਸ ਇੱਥੇ ਰੱਖੀ ਹੈ।
ਖਾਜਾ ਫਰੀਦ ਦੇ ਇਸ ਤੋਂ ਵੱਡੇ ਪ੍ਰੋਗਰਾਮ ਹੋਣੇ ਚਾਹੀਦੇ ਹਨ। ਖਾਜਾ ਫਰੀਦ ਦੇ ਕਈ ਪਰਤਾਂ ਇਹਨੂੰ ਖੁੱਲ੍ਹਣੀਆਂ ਚਾਹੀਦੀਆਂ ਹਨ ਤੇ ਖਾਜਾ ਫਰੀਦ ਦੇ ਅੰਦਰ ਇਤਨਾ ਕੁਝ ਹੈ ਕਿ ਪੰਜਾਬ ਮਹਿਕੇਗਾ ਲੋਕਾਂ ਦੀ ਸੋਚ ਦੇ ਵਿੱਚ। ਉਹਨਾਂ ਦੇ ਜੋ ਉਹਨਾਂ ਨੇ ਮੁਸ਼ਾਹਦਾ ਉਹਨਾਂ ਨੇ ਕੀਤਾ ਸੀ, ਜੋ ਦੱਸਿਆ ਹੈ, ਉਹਦੇ ਕਈ ਇੱਥੇ ਰੂਪ, ਕਈ ਇੱਥੇ ਫੁੱਲ ਖਿੜਨਗੇ। ਤੁਹਾਡੇ ਸਭ ਦਾ ਬਹੁਤ ਸ਼ੁਕਰੀਆ।